ਤੁਹਾਨੂੰ ਪਤਾ ਹੈ ਵੀ ਜਿੱਦਾਂ ਮਨੀਸ਼ਾ ਵਾਲਮੀਕੀ ਦੀ ਹੱਤਿਆ ਤੋਂ ਬਾਅਦ ਪੂਰੇ ਦੇਸ਼ ਭਰ ਦੇ ਵਿੱਚ ਜਿਹੜਾ ਅੰਦੋਲਨ ਛਿੜਿਆ ਪਿਆ, ਕਿਉਂਕਿ ਮੋਦੀ ਦੀ ਔਰ ਯੋਗੀ ਦੀ ਜਿਹੜੀ ਮਾਨਸਿਕਤਾ ਹੈ ਉਹਨੇ ਪੂਰੇ ਵਿਸ਼ਵ ਦੇ ਵਿੱਚ ਭਾਰਤ ਨੂੰ ਨੰਗਾ ਕਰ ਦਿੱਤਾ। ਕਿਉਂਕਿ ਇੱਥੇ ਜਿਹੜੇ ਜਾਤੀਵਾਦ ਆ, ਪੂੰਜੀਵਾਦ ਆ, ਖੇਤਰਵਾਦ ਆ, ਗੋਤਰਵਾਦ ਆ, ਜਾਤਵਾਦ ਆ, ਇਸ ਚੀਜ਼ ਨੂੰ ਬੜਾਵਾ ਦੇ ਕੇ ਜਿਹੜਾ ਮਨੂਵਾਦਿਕ ਸਿਸਟਮ ਦੇਸ਼ ਦੇ ਵਿੱਚ ਲਾਗੂ ਕੀਤਾ ਜਾ ਰਿਹਾ। ਕਿਉਂਕਿ ਇਹ ਜਿਹੜੀਆਂ ਜਿੰਨੀਆਂ ਵੀ ਥਿਊਰੀਆਂ ਆ ਮਾਨਸਿਕ ਤੌਰ ਤੇ ਗੁਲਾਮ ਕਰਨ ਵਾਲੀਆਂ, ਇਹ ਦੁਬਾਰਾ ਮੋਦੀ ਵਾਪਸ ਲੈ ਕੇ ਆ ਰਿਹਾ। ਕਿਉਂਕਿ ਅਗਰ ਪੀੜਤਾ ਦੇ ਇਕੱਲੇ ਬਿਆਨ ਹੀ ਬਹੁਤ ਸੀ ਕਿ ਮੇਰੇ ਨਾਲ ਰੇਪ ਹੋਇਆ ਜਾਂ ਕੁਛ ਹੈ, ਉਹਦੇ ਬਿਹਾਫ ਤੇ ਵੀ ਜਿਹੜਾ ਪਰਚਾ ਹੋ ਜਾਣਾ ਸੀ, ਪਰ ਨਹੀਂ। ਪਰ ਉਹਨਾਂ ਵੱਲੋਂ ਜਿਹੜਾ ਆ ਵੀ ਜਿਹੜਾ ਠਾਕੁਰਵਾਦ ਹੈ, ਇੱਕ ਜਾਤੀ ਵਿਸ਼ੇਸ਼ ਨੂੰ ਬਚਾਉਣ ਦੇ ਲਈ ਪੁਲਿਸ ਇੱਕ ਸੰਰਕਸ਼ਣ ਦਿੰਦੀ ਰਹੀ, ਉਹਨਾਂ ਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕਰਾਉਂਦੀ ਰਹੀ। ਔਰ ਤੁਸੀਂ ਦੇਖਿਆ ਹੋਣਾ ਵੀ ਜਿਸ ਦਿਨ ਕੁੜੀ ਦੇ ਨਾਲ ਇਹ ਜਬਰ ਜਨਾਹ ਹੋਇਆ ਜਾਂ ਉਹਦੇ ਨਾਲ ਧੱਕਾ ਹੋਇਆ ਜਾਂ ਬਲਾਤਕਾਰ ਦੀ ਘਟਨਾ ਹੋਈ ਆ, ਕੁੜੀ ਦੇ ਨਾਲ ਕੋਈ ਵੀ ਪ੍ਰੋਟੈਕਸ਼ਨ ਨਹੀਂ ਪ੍ਰੋਵਾਈਡ ਕਰਾਈ ਗਈ, ਨਾ ਉਹਦੀ ਸਟੇਟਮੈਂਟ ਪ੍ਰੋਪਰ ਤਰੀਕੇ ਨਾਲ ਰਿਕਾਰਡ ਹੋਈ, ਨਾ ਉਹਨੂੰ ਮੈਡੀਕਲ ਟ੍ਰੀਟਮੈਂਟ ਦਿੱਤਾ ਗਿਆ। ਈਵਨ ਇੱਥੋਂ ਤੱਕ ਕਿ ਉਹਨਾਂ ਦੇ ਪੂਰੇ ਪਰਿਵਾਰ ਨੂੰ ਮੈਂਟਲੀ ਹਰਾਸਮੈਂਟ ਕੀਤਾ ਗਿਆ ਤਾਂ ਕਿ ਉਹ ਵਾਕਆਊਟ ਕਰ ਲੈਣ। ਕਿਉਂਕਿ ਵਿਰਲਾ ਹੀ ਇੱਕ ਪਰਿਵਾਰ ਹੁੰਦਾ ਹੈ ਜਿਹੜਾ ਸਟੈਂਡ ਲੈ ਸਕਦਾ ਆ। ਉਹਨਾਂ ਦੇ ਵਿੱਚੋਂ ਇੱਕ ਮਨੀਸ਼ਾ ਵਾਲਮੀਕੀ ਦਾ ਜਿਹੜਾ ਨਾਮ ਸੀਗਾ, ਇੱਕ ਵਾਲਮੀਕੀ ਨਾਮ ਤਾਂ ਲਾਇਆ ਗਿਆ ਕਿਉਂਕਿ ਇਹ ਸਿਰਫ ਵਾਲਮੀਕੀ ਸਮਾਜ ਇਹਦੇ ਨਾਲ ਸੰਘਰਸ਼ ਕਰੇ, ਹੋਰ ਸਮਾਜ ਇਹਦੇ ਨਾਲ ਸੜਕਾਂ ਤੇ ਨਾ ਉਤਰੇ। ਪਰ ਜਿਹੜੇ ਮਨੁੱਖਤਾ ਪਸੰਦ ਲੋਕ ਆ, ਸਾਰੇ ਸਰਵ ਧਰਮਾਂ 'ਚ ਬਿਲੀਵ ਕਰਦੇ ਆ, ਉਹ ਲੋਕ ਸੜਕਾਂ ਤੇ ਆਏ, ਉਹਨਾਂ ਨੇ ਪੂਰੇ ਭਾਰਤ ਨੂੰ ਬੰਦ ਕੀਤਾ। ਔਰ ਮੋਦੀ ਦੀ, ਯੋਗੀ ਦੀ ਔਰ ਇਹਨਾਂ ਦੀ ਗੰਦੀ ਮਨੂਵਾਦੀ ਵਿਵਸਥਾ ਦੇ ਉੱਪਰ ਚਪੇੜ ਮਾਰੀ ਆ। ਭਾਵੇਂ ਤੂੰ ਵਾਲਮੀਕੀ ਲਿਖ ਲਾ, ਭਾਵੇਂ ਰਵਿਦਾਸੀਆ ਲਿਖ ਲਾ, ਭਾਵੇਂ ਈਸਾਈ ਲਿਖ ਲਾ, ਕੁਝ ਵੀ ਲਿਖ ਲਾ, ਉਹ ਧੀ ਪੂਰੇ ਦੇਸ਼ ਦੀ ਸੀ। ਇਸ ਲਈ ਉਹ ਅੰਦੋਲਨ ਜਿਹੜਾ ਪੂਰੇ ਦੇਸ਼ ਦੇ ਵਿੱਚ ਚੱਲ ਰਿਹਾ। ਮੀਡੀਆ ਦਾ ਜਿਹੜਾ ਰੋਲ ਹੈਗਾ ਉਹਨੂੰ ਕਿੱਦਾਂ ਦੇਖਦੇ ਆ? ਦੇਖੋ ਜੀ, ਮੀਡੀਆ ਦਾ ਰੋਲ ਕੀ ਆ? ਮੀਡੀਆ ਇੱਕ ਮੂਕ ਦਰਸ਼ਕ ਆ, ਇੱਕ ਇੱਦਾਂ ਦਾ ਵੀ ਮੈਂ ਕਹਿ ਸਕਦਾ ਵੀ ਭਾਰਤ ਦੀ ਲੋਕਤੰਤਰ ਨੂੰ ਖਤਮ ਕਰਨ ਵਾਲਾ ਇੱਕ ਮੀਡੀਆ, ਇੱਕ ਐਸਾ ਗੰਦਾ ਸਿਸਟਮ ਚੱਲਿਆ ਪਿਆ ਵਾ। ਪੇਡ ਮੀਡੀਆ, ਮੋਦੀ ਮੀਡੀਆ ਤੇ ਗੋਦੀ ਮੀਡੀਆ। ਅਗਰ ਇਹ ਮੋਦੀ ਮੀਡੀਆ ਸਟੈਂਡ ਕਰ ਜਾਵੇ ਤੇ ਰਾਤੋਂ ਰਾਤ ਜਿਹੜੀ ਬੀਜੇਪੀ ਦੀ ਸਰਕਾਰ ਉਹ ਗਿਰ ਸਕਦੀ ਆ। ਅਗਰ ਰੋਜ਼ ਦੀ ਰੋਜ਼ ਬਲਾਤਕਾਰ ਦਲਿਤਾਂ ਦੇ ਨਾਲ ਹੋ ਰਹੇ ਸ਼ੋਸ਼ਣ ਨੂੰ, ਕਿਉਂਕਿ ਤੁਸੀਂ ਦੇਖਿਆ ਹੋਣਾ ਹਮ ਲੈ ਕੇ रहेंगे आज़ादी, पूंजीवाद से आज़ादी, मनुवाद से आज़ादी, भेदभाव से आज़ादी। ਸਾਨੂੰ ਸਾਰੇ ਹੀ ਤੰਤਰਾਂ ਤੋਂ ਆਜ਼ਾਦੀ ਚਾਹੀਦੀ ਹੈ। ਕਿਉਂਕਿ ਸਾਡੇ ਗੁਰੂ ਪੀਰ ਨੇ, ਸਾਡੇ ਰਹਿਬਰਾਂ ਨੇ ਇਹੀ ਕਿਹਾ ਵਾ ਕਿ ਜਿਹੜਾ ਮਨੂਵਾਦ ਆ, ਕਿਉਂਕਿ ਅਸੀਂ ਬਰਾਬਰਤਾ ਦਾ ਦਰਜਾ ਦਿੱਤਾ ਆ, ਔਰਤ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ। ਇਹ ਮਨੂਵਾਦ ਜਿਹੜਾ ਢੋਲ ਸ਼ੂਦਰਨ ਵਾਲੀ ਸਭੀ ਤਾੜਨ ਕੇ ਅਧਿਕਾਰੀ, ਇਹ ਉਹਦੇ ਤੇ ਪਹਿਰਾ ਦੇ ਰਿਹਾ ਸਾਨੂੰ ਸਾਡੇ ਗੁਰੂਆਂ ਦੀ ਬਾਣੀ ਤੇ। ਕਿਉਂਕਿ ਭਗਵਾਨ ਵਾਲਮੀਕੀ ਮਹਾਰਾਜ ਨੇ ਕਿਹਾ ਜਨਨੀ ਔਰ ਜਨਮ ਭੂਮੀ ਸਰਗ ਸੇ ਬੜਕਰ ਹੈ। ਜਨਨੀ ਜਿਹੜੀ ਜਨਮ ਦਿੰਦੀ ਆ ਤੇ ਜਿਹੜੀ ਜਨਮ ਭੂਮੀ ਆ ਉਹ ਸਰਗ ਤੋਂ ਵੀ ਵੱਧ ਹੈ। ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ, ਜੋ ਰਾਜਿਆਂ ਨੂੰ ਪੈਦਾ ਕਰਦੀ ਆ, ਸਾਰੇ ਸ਼ਾਸਨਕਰਤਾ ਨੂੰ ਪੈਦਾ ਕਰਦੀ ਆ, ਉਹਨੂੰ ਕਿਉਂ ਅਸੀਂ ਮਾੜਾ ਕਹੀਏ। ਕਿਉਂਕਿ ਇਹ ਜਿਹੜੇ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਮਨੂਵਾਦੀ ਵਿਵਸਥਾ ਆ, ਸੰਪਰਦਾਇਕ ਸੋਚ ਹੈ ਇਹਨਾਂ ਦੀ, ਇਹ ਔਰਤਾਂ ਨੂੰ ਗੁਲਾਮ ਕਰ ਰਹੀ ਹੈ। ਇਹ ਪਸ਼ੂ ਪ੍ਰਧਾਨ ਸਰਕਾਰ ਹੈ। ਪਸ਼ੂ ਪ੍ਰਧਾਨ ਦਾ ਅਰਥ ਅਗਰ ਗਾਂ ਦੇ ਨਾਲ ਅਤਿਆਚਾਰ ਹੋਵੇ ਤਾਂ ਇਹ ਪੂਰਾ ਦੇਸ਼ ਪਾਰਲੀਮੈਂਟ ਤੱਕ ਆਵਾਜ਼ ਜਾਏਗੀ। ਅੱਜ ਇੱਕ ਔਰਤ ਦੇ ਨਾਲ ਜਬਰ ਜਨਾਹ ਹੋਇਆ ਵਾ, ਉਹਦੀ ਕੋਈ ਆਵਾਜ਼ ਨਹੀਂ। ਔਰ ਪੁਰਸ਼ ਪ੍ਰਧਾਨ ਇਹ ਦੇਸ਼ ਹੈ, ਬਣਾਉਣਾ ਚਾਹੁੰਦੇ ਆ। ਇਹਦੇ ਲਈ ਵੱਧ ਤੋਂ ਵੱਧ ਜਿਹੜੀ ਵੂਮਨ ਪਾਰਟਿਸਪੇਸ਼ਨ ਆ, ਔਰਤਾਂ ਨੂੰ ਬਾਹਰ ਆਉਣਾ ਚਾਹੀਦਾ। ਕਿਉਂਕਿ ਅਗਰ ਬਾਬਾ ਸਾਹਿਬ ਅੰਬੇਡਕਰ ਹਿੰਦੂ ਕੋਡ ਬਿੱਲ ਦੇ ਵਿੱਚ ਵਿਵਸਥਾ ਨਾ ਲੈ ਕੇ ਆਉਂਦੇ ਔਰਤਾਂ ਨੂੰ ਬਰਾਬਰਤਾ ਦੇ ਅਧਿਕਾਰ ਦੀ, ਅੱਜ ਵੀ ਕਈ ਇੱਦਾਂ ਦੇ ਮੰਦਿਰ ਆ, ਗੁਰਦੁਆਰੇ ਆ, ਇਹਨਾਂ ਦੇ ਜੋ ਇਹਨਾਂ ਨੇ ਸਿਸਟਮ ਬਣਾਇਆ ਪਿਆ, ਉੱਥੇ ਔਰਤਾਂ ਜਿਹੜੀਆਂ ਨਹੀਂ ਮੱਥਾ ਟੇਕ ਸਕਦੀਆਂ। ਇਹ ਸਿਸਟਮ ਨੂੰ ਬਦਲਣਾ ਪੈਣਾ ਕਿਉਂਕਿ ਇਹ ਬਰਾਬਰਤਾ ਦੇ ਅਧਿਕਾਰ ਆ। ਇਹ ਲੜਾਈ ਉਦੋਂ ਤੱਕ ਚੱਲਦੀ ਰਹੇਗੀ ਜਦੋਂ ਬ੍ਰਾਹਮਣਵਾਦ ਮੁਕਤ ਸਮਾਜ, ਮਨੂਵਾਦ ਮੁਕਤ ਸਮਾਜ, ਉਹ RSS ਦੀ ਵਿਚਾਰਧਾਰਾ ਤੋਂ ਮੁਕਤ ਸਮਾਜ ਰਹੇਗਾ ਜੀ। ਅੱਛਾ, ਮੈਂ ਤੁਹਾਨੂੰ ਵੀ ਜਾਣਨਾ ਚਾਹੁੰਦਾ ਹੈਗਾ, ਉਹ ਕਹਿੰਦੇ ਕਿ ਰਾਮ ਰਾਜੇ ਲਾਏਂਗੇ, ਉਹਨਾਂ ਵੱਲੋਂ ਇਹ ਗੱਲ ਆਖੀ ਜਾਂਦੀ ਹੈ ਕਿ ਰਾਮ ਰਾਜੇ ਲਾਏਂਗੇ। ਉਹ ਕਹਿੰਦੇ ਯੋਗੀ ਵੀ ਕਹਿੰਦਾ ਯੂਪੀ ਦੇ ਵਿੱਚ, ਉਹ ਕਹਿੰਦਾ ਹਮਾਰੇ यहाँ ਰਾਮ ਰਾਜੇ ਹੈ। ਕੀ ਕਹਿਣਾ ਚਾਹੁੰਦੇ ਹੋ, ਰਾਮ ਰਾਜ ਇਦਾਂ ਦਾ? ਦੇਖੋ, ਮੈਂ ਇੰਨੀ ਗੱਲ ਕਰਦਾ ਵੀ ਜਦੋਂ ਵੀ ਆਪਾਂ ਇੰਡੀਅਨ ਕਨਸਟੀਟਿਊਸ਼ਨ ਨੂੰ ਪੜ੍ਹਦੇ ਆ, ਉਹਦੇ ਵਿੱਚ ਇੱਕ ਸੈਕੂਲਰ ਵਰਡ ਐਡ ਕੀਤਾ ਪਿਆ। ਸੈਕੂਲਰ ਮਤਲਬ ਧਰਮ ਨਿਰਪੇਖ। ਕਿਸੇ ਵੀ ਰਾਜ ਦੇ ਪ੍ਰਤੀਨਿਧੀ ਦਾ, MLA, MP, MC, ਇਵਨ ਇੱਥੋਂ ਤੱਕ ਕਿ ਥੱਲੇ ਤੋਂ ਲੈ ਕੇ ਉੱਪਰ ਤੱਕ ਕਿਸੇ ਦੀ ਵੀ ਕੋਈ ਜਾਤੀ ਜਾਂ ਵਿਸ਼ੇਸ਼ ਵਰਗ ਦੇ ਨਾਲ ਉਹ ਆਪਣੀ ਬੜਾਵਾ ਨਹੀਂ ਦੇ ਸਕਦਾ ਜਾਂ ਉਹਨੂੰ ਰਿਪਰੈਜ਼ੈਂਟ ਨਹੀਂ ਕਰ ਸਕਦਾ। ਅਗਰ ਇਹ ਗੰਦੀ ਮਾਨਸਿਕਤਾ ਵਾਲੇ ਲੋਕ ਕਹਿੰਦੇ ਆ ਕਿ ਅਸੀਂ ਰਾਮ ਰਾਜ ਲੈ ਕੇ ਆਵਾਂਗੇ, ਉਹ ਰਾਜ ਲੈ ਕੇ ਆਵਾਂਗੇ, ਇੱਥੇ ਹਜ਼ਾਰਾਂ ਹੀ ਜਾਤਾਂ ਆ, ਹਜ਼ਾਰਾਂ ਹੀ ਧਰਮ ਆ, ਉਹ ਅਲੱਗ-ਅਲੱਗ ਆਪਣੇ ਲੋਕ ਆਪਣੇ ਧਰਮਾਂ ਦੇ ਨਾਂ ਤੇ ਦੇਸ਼ ਦੀ ਮੰਗ ਕਰਨਗੇ। ਇਸ ਦੇਸ਼ ਦੇ ਵਿੱਚ ਅਰਾਜਕਤਾ ਫੈਲ ਜਾਏਗੀ ਔਰ ਇਹ ਸਿਸਟਮ ਇੱਦਾਂ ਦਾ ਆਏਗਾ ਇਸ ਦੇਸ਼ ਨੂੰ, ਜਿਸੇ ਉਸ ਵੇਲੇ ਸਭ ਤੋਂ ਪਹਿਲਾਂ ਜਦੋਂ ਅੰਗਰੇਜ਼ਾਂ ਨੇ ਇੱਥੇ ਰਾਜ ਕੀਤਾ ਸੀ, ਇੱਦਾਂ ਦੀਆਂ ਸਾਮੰਤਵਾਦੀਆਂ ਸੋਚਾਂ ਨਹੀਂ, ਰਾਮ ਰਾਜ, ਹਿੰਦੂ ਰਾਜ, ਬ੍ਰਾਹਮਣਵਾਦ, ਖੱਤਰੀਵਾਦ, ਇਹਨਾਂ ਵਾਦਾਂ ਦੇ ਕਰਕੇ ਹੀ ਜਿਹੜਾ ਦੇਸ਼ ਗੁਲਾਮ ਹੋਇਆ ਸੀ। ਔਰ ਇਹ ਦੇਸ਼ ਨੂੰ ਗੁਲਾਮ ਹੋਣ ਤੋਂ ਬਾਅਦ 'ਚ ਕੋਈ ਨਹੀਂ ਰੋਕ ਸਕਦਾ ਜੀ। ਕੀ ਕਹਿਣਾ ਚਾਹੁੰਦੇ ਹੋ ਆਮ ਲੋਕਾਂ ਨੂੰ, ਜਿਹੜੇ ਲੋਕ ਇਹਨਾਂ ਦੇ ਧੱਕੇ ਦੇ ਸਤਾਏ ਹੋਏ ਹੈਗੇ ਆ, ਪਰ ਕਿਸੇ ਨਾ ਕਿਸੇ ਵਜ੍ਹਾ ਕਰਕੇ ਉਹਨਾਂ ਨੂੰ ਰਾਹ ਨਹੀਂ ਲੱਭਦਾ ਹੈਗਾ ਵੀ ਆਪਾਂ ਕਰੀਏ ਕਿ ਸਾਰੇ ਮਸਲਿਆਂ ਦਾ ਹੱਲ ਕੀ ਹੈਗਾ? ਆਮ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਸਿੱਧੀ ਗੱਲ ਹੈ ਜੀ, ਜਿਹੜੀ ਰੋਡ ਹੈ, ਰੋਡ ਪਬਲਿਕ ਪਾਰਲੀਮੈਂਟ ਹੈ।
ਕਿਉਂਕਿ ਸਾਡੇ ਜਿਹੜੇ ਨੁਮਾਇੰਦੇ ਆ ਪੋਲੀਟੀਕਲ ਰਿਜ਼ਰਵੇਸ਼ਨ ਆ, ਖਾਸ ਕਰਕੇ ਐਸੀਆਂ ਦੇ ਵਿੱਚੋਂ ਸਾਡੇ ਲੋਕ ਗਏ ਆ। ਐਸੀ ਮਿਨੋਰਿਟੀ ਭਾਵੇਂ ਜਿੰਨੇ ਵੀ ਰਿਪਰੈਜ਼ੈਂਟੇਟਿਵ ਸਾਡੇ ਪਾਰਲੀਮੈਂਟ 'ਚ ਜਾਂਦੇ ਆ, ਲੈਜਿਸਲੇਟਿਵ ਅਸੈਂਬਲੀ 'ਚ ਜਾਂਦੇ ਆ, ਇਵਨ ਇੱਥੋਂ ਤੱਕ ਕਿ ਛੋਟੀ ਜਿਹੜੀ ਲੋਕਲ ਬੋਡੀ ਆ ਮਿਊਨਿਸਪਲ ਕਾਰਪੋਰੇਸ਼ਨ ਦੀ ਜਾਂ ਛੋਟੇ ਦਾਇਰਿਆਂ ਦੇ ਵਿੱਚ, ਇਹਨਾਂ ਦੇ ਵਿੱਚ ਵੀ ਇਹ ਦਾਇਰੇ ਇਹ ਰਿਪਰੈਜ਼ੈਂਟੇਟਿਵ ਬਣ ਕੇ ਜਾਂਦੇ ਦਲਿਤਾਂ ਦੇ, ਮਿਨੋਰਿਟੀ ਦੇ ਜਾਂ ਕੁਛ ਆ, ਪਰ ਇਹ ਪਿੱਠੂ ਬਣ ਜਾਂਦੇ ਸਰਕਾਰਾਂ ਦੇ। ਉੱਥੇ ਜਾ ਕੇ ਨਹੀਂ ਬੋਲਦੇ, ਨਾ ਇਹਨਾਂ ਨੇ ਬੋਲਣਾ ਆ। ਇਹਦੇ ਲਈ ਪੋਲੀਟੀਕਲ ਰਿਜ਼ਰਵੇਸ਼ਨ, ਪੋਲੀਟੀਕਲ ਰਿਪਰੈਜ਼ੈਂਟੇਸ਼ਨ ਸੁਸਾਇਟੀ ਦੇ ਟੋਟਲੀ ਬੰਦ ਹੋਣੀ ਚਾਹੀਦੀ ਆ। ਮੈਂ ਇਸ ਚੀਜ਼ ਦੀ ਹਮਾਇਤ ਕਰਦਾ ਕਿ ਇਹ ਜਾਤੀ ਤੌਰ ਤੇ ਜਿਹੜੀ ਰਿਜ਼ਰਵੇਸ਼ਨ ਦਿੱਤੀ ਗਈ ਆ ਪੋਲੀਟੀਕਲ ਲੈਵਲ ਤੇ, ਇਹਨੂੰ ਬੰਦ ਕਰ ਦਿੱਤਾ ਜਾਵੇ, ਤਾਂ ਕਿ ਸਾਡੇ ਜਿਹੜੇ ਨਪੁੰਸਕ, ਗੰਦੇ ਔਰ ਇੰਨੀ ਗੰਦੀ ਸੋਚ ਰੱਖਣ ਵਾਲੇ ਲੋਕ, ਜਿਹੜੇ ਗੂੰਗੇ ਲੋਕ, ਕੁੱਤੇ ਲੋਕ ਨਹੀਂ ਬੋਲਦੇ, ਉਹ ਬੋਲਣਾ ਸ਼ੁਰੂ ਕਰ ਦੋਗੇ, ਆਮ ਲੋਕ ਸੜਕਾਂ ਤੇ ਆਉਗੇ। ਜਿਹੜੇ ਦਲਿਤ ਭਾਈਚਾਰੇ ਦਾ ਜਾਂ ਹੋਰ ਜਿਹੜੇ ਜਿਨ੍ਹਾਂ ਨੂੰ ਇਹ ਕਹਿੰਦੇ ਕਿ ਛੋਟੀਆਂ ਜਾਤਾਂ ਦੇ ਹੈਗੇ ਆ, ਜਿਹੜੇ ਉਹਨਾਂ ਦੇ ਨੁਮਾਇੰਦੇ ਇਹਨਾਂ ਸਿਆਸੀ ਪਾਰਟੀਆਂ ਦੇ ਵਿੱਚ ਬੈਠੇ ਆ, ਪਰ ਇਹਨਾਂ ਦੇ ਧੱਕੇਸ਼ਾਹੀਆਂ ਦੇ ਵਿਰੁੱਧ ਬੋਲਦੇ ਨਹੀਂ ਹੈਗੇ, ਚਾਹੇ ਐਮਪੀ ਆ, ਚਾਹੇ ਕੋਈ ਐਮਐਲਏ ਆ, ਚਾਹੇ ਕੋਈ ਛੋਟਾ ਕੌਂਸਲਰ ਆ, ਚਾਹੇ ਕੋਈ ਵੀ ਹੈਗਾ, ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ? ਦੇਖੋ ਸਿੱਧੀ ਗੱਲ ਆ ਜੀ ਵੀ ਆਪਾਂ ਵਰਡ ਯੂਜ਼ ਕੀਤਾ ਕਿ ਛੋਟੀਆਂ ਜਾਤਾਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਆ, ਐਮਪੀ ਆ, ਅਸੀਂ ਕੋਈ ਛੋਟੀ ਜਾਤ ਨਹੀਂ ਆ ਤੇ ਨਾ ਹੀ ਸਾਡੇ ਤੋਂ ਉੱਪਰ ਕੋਈ ਵੱਡੀ ਜਾਤ ਹੈ, ਠੀਕ ਹੈ ਜੀ। ਮੈਂ ਕਿਹਾ ਕਿ ਉਹ ਕਹਿੰਦੇ ਆ ਜਿਨ੍ਹਾਂ ਨੇ ਬਣਾਈਆਂ ਨੇ, ਉਹ ਅਸੀਂ ਤਾਂ ਮੰਨਦੇ ਨਹੀਂ, ਅਸੀਂ ਤਾਂ ਕਹਿੰਦੇ ਆ ਕਿ ਮਾਨਸਕੀ ਜਾਤ ਸਭਾ ਇੱਕ ਸਾਨੂੰ ਤਾਂ ਗੁਰੂਆਂ ਨੇ ਸਿਖਾਈ ਹੈ ਕਿ ਸਾਰੇ ਮਨੁੱਖ ਆ, ਪਰ ਉਹ ਕਹਿੰਦੇ ਛੋਟੇ ਆ ਉਤੋਂ ਵੱਡੇ ਆ, ਉਹਨਾਂ ਨੇ ਬਣਾਤੇ ਇਦਾਂ। ਇਹ ਜਿਹੜੀ ਛੋਟੀ ਜਾਤਾਂ ਨੇ, ਜਿਹੜੀ ਰਾਜ ਸੱਤਾ, ਇਹ ਸਾਰਾ ਸਿਸਟਮ ਲੈ ਕੇ ਦਿੱਤਾ ਹੈ। ਇਹਦੀ 85% ਆਬਾਦੀਆਂ ਦੇ ਉੱਪਰ ਹੀ ਇਹ ਜਿਹੜਾ ਲੋਕਤੰਤਰ ਟਿਕਿਆ ਹੋਇਆ। ਅਗਰ ਲੋਕਤੰਤਰ ਨੂੰ ਬਚਾਉਣਾ ਹੈ, 85% ਨੂੰ ਜਾਗਣਾ ਪੈਣਾ ਹੈ। ਇਹਨਾਂ ਨੂੰ ਅੰਬੇਡਕਰ ਦੇ ਦਿੱਤੇ ਹੋਏ ਰਾਈਟ ਟੂ ਵੋਟ ਦੇ ਅਧਿਕਾਰ ਨੂੰ ਜਾਣਨਾ ਪੈਣਾ ਹੈ। ਇਹਨਾਂ ਨੂੰ ਪੋਲੀਟੀਕਲ ਰਿਜ਼ਰਵੇਸ਼ਨ ਬਾਰੇ ਜਾਣਨਾ ਪੈਣਾ, ਵੀ ਗੂੰਗਿਓ, ਕੁੱਤਿਓ, ਵੀ ਤੁਹਾਨੂੰ ਅਧਿਕਾਰ ਤਾਂ ਲੈ ਕੇ ਦਿੱਤੇ ਸੀ ਵੀ ਕੁਝ ਬੋਲੂਗੇ, ਇਹ ਨਹੀਂ ਵੀ ਤੁਹਾਡੇ ਮੂੰਹ ਤੇ ਪੱਟੀਆਂ ਪਾਉਣ ਨੂੰ ਤੁਹਾਨੂੰ ਉੱਥੇ ਭੇਜਿਆ ਗਿਆ ਸੀਗਾ ਜੀ। ਪਰ 85% ਦੇ ਉੱਪਰ 15% ਹਾਵੀ ਹੋ ਗਏ, 15 ਨਹੀਂ ਮੈਨੂੰ ਲੱਗਦਾ 2.5-3% ਹਾਵੀ ਹੋ ਗਏ। 85% ਇੱਕ ਪਾਸੇ ਕਿੰਨੀ ਵੱਡੀ ਕਮਿਊਨਿਟੀ ਹੁੰਦੇ ਆ, 2.5% ਲੋਕ ਹਾਵੀ ਹੋ ਕੇ ਰਾਜ ਕਰ ਰਹੇ ਆ, ਕਿੱਦਾਂ ਹੋ ਗਿਆ ਸਾਰਾ ਕੁਝ? ਇਹਨਾਂ ਦਾ ਸਰ ਸਿਰਫ ਇੱਕੋ ਇੱਕ ਏਜੰਡਾ ਆ, ਕਿਉਂਕਿ ਜਿਹੜੀ ਸਾਡੀ ਇੰਟੈਲੈਕਚੁਅਲ ਸਿਸਟਮ ਆ, ਸਾਡੇ ਇੰਟੈਲੈਕਚੁਅਲ ਲੋਕ ਆ, ਉਹ ਇਹਨਾਂ ਦੇ ਥੱਲੇ ਡੋਮੀਨੇਟ ਆ। ਸਾਡਾ ਪੜ੍ਹਿਆ ਲਿਖਿਆ ਵਰਗ, ਪੋਲੀਟੀਕਲ ਵਰਗ, ਹੋਰ ਜਿੰਨੇ ਵੀ ਵਰਗ ਆ, ਉਹ ਸਾਰੇ ਇਹਨਾਂ ਦੇ ਥੱਲੇ ਡੋਮੀਨੇਟ ਹੋ ਕੇ ਥੱਲੇ ਲੱਗ ਗਏ ਆ। ਅਗਰ ਇਹ 15% ਲੋਕ ਸਾਡੇ ਤੇ ਰਾਜ ਕਰ ਰਹੇ ਆ, ਸਿਰਫ ਉਹ ਪੜ੍ਹੇ ਲਿਖੇ ਬੰਦਿਆਂ ਦੇ ਕਰਕੇ, ਸਾਡੇ ਰਾਜਨੀਤਿਕ ਗੁੰਗਿਆਂ ਕਰਕੇ, ਸਾਡੇ ਸਾਰੇ ਲੋਕਾਂ ਕਰਕੇ, ਜਿਹੜੇ ਨਹੀਂ ਬੋਲਦੇ ਉਹਨਾਂ ਕਰਕੇ ਇਹ 15% ਆ ਗਏ ਆ। ਅਗਰ ਸਾਡੇ ਵਿੱਚੋਂ ਸਿਰਫ ਇੱਕ ਤਬਕਾ ਵੀ 1% ਵੀ ਪਾਰਲੀਮੈਂਟ 'ਚ ਬੋਲਣਾ ਸ਼ੁਰੂ ਹੋ ਗਿਆ ਤੇ ਅਸੀਂ ਅੰਦੋਲਨ ਔਰ ਆਜ਼ਾਦੀ ਲਿਆ ਕੇ ਦਿਖਾ ਦਾਂਗੇ ਜੀ। ਅੱਛਾ, ਮੈਂ ਅਖੀਰ ਦੇ ਵਿੱਚ ਜਦੋਂ 84 ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ, ਇੱਜ਼ਤਾਂ ਲੁੱਟੀਆਂ ਗਈਆਂ, ਜਦੋਂ 2002 ਦੇ ਵਿੱਚ ਗੁਜਰਾਤ ਦੇ ਵਿੱਚ ਹੁੰਦਾ, ਕਦੀ ਈਸਾਈਆਂ ਦੇ ਨਾਲ ਹੁੰਦਾ, ਕਦੀ ਸਾਰਾ ਕੁਝ ਤੁਹਾਡੇ ਸਾਹਮਣੇ ਹੈਗਾ। ਕੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਜਦੋਂ ਪਹਿਲੀ ਵਾਰੀ ਕਿਸੇ ਕਮਿਊਨਿਟੀ ਨਾਲ ਇਹ ਸਾਰਾ ਕੁਝ ਵਾਪਰਿਆ ਸੀਗਾ, ਉਦੋਂ ਜੇ ਬਾਕੀ ਸਾਰੇ ਨਾਲ ਖੜ ਜਾਂਦੇ ਤਾਂ ਅੱਜ ਆਹ ਦਿਨ ਨਾ ਦੇਖਣੇ ਪੈਂਦੇ? ਦੇਖੋ, ਮੈਂ ਜੋ ਸਿੱਖ ਧਰਮ ਨੇ ਜਾਂ ਸਿੱਖ ਸਮਾਜ ਨੇ ਜਾਂ ਸਿੱਖ ਧਰਮ ਨੇ ਇਹ ਐਡੀ ਵੱਡੀ ਵਿਪਤਾ ਆਪਣੇ ਪਿੱਠ ਦੇ ਉੱਪਰ ਜਾਂ ਸਰੀਰ ਸੀਨੇ ਤੇ ਸਹੀ ਹੈ, ਉਹਦੇ ਲਈ ਅਸੀਂ ਮਾਫੀ ਮੰਗਦੇ ਹਾਂ, ਕਿਉਂਕਿ ਉਸ ਵੇਲੇ ਅਸੀਂ ਵੀ ਛੋਟੇ ਸੀ ਜਾਂ ਸਾਡੇ ਸਮਾਜ ਦੇ ਲੋਕਾਂ ਨੂੰ ਮਨੋਵਾਦ ਇੰਨਾ ਹੈਵੀ ਸੀ, ਤੁਹਾਡੇ ਨਾਲ ਨਹੀਂ ਖੜ ਸਕਿਆ। ਪਰ ਜਿੰਨੇ ਲੈਵਲ ਤੱਕ ਦਲਿਤ ਸਮਾਜ ਉਸ ਵੇਲੇ ਖੜਾ ਹੋਇਆ, ਉਹਨਾਂ ਨੇ ਬਹੂ ਬੇਟੀਆਂ ਦੀ ਇੱਜ਼ਤ ਬਚਾਈ। ਪਰ ਇਹ ਉਹ ਲੋਕ ਆ, ਜਦੋਂ ਹਿੰਦੂਆਂ ਦੀਆਂ ਬਹੂ ਬੇਟੀਆਂ ਦੀ ਇੱਜ਼ਤ ਲੁੱਟੀ ਜਾਂਦੀ ਸੀ, ਉਦੋਂ ਦਲਿਤਾਂ ਨੇ ਹਥਿਆਰ ਚੱਕੇ ਸੀ, ਸਿੱਖ ਰਾਜ ਕਾਇਮ ਕੀਤਾ ਸੀ, ਉਦੋਂ ਅਸੀਂ ਇਹਨਾਂ ਦੀ ਬਹੂ ਬੇਟੀਆਂ ਦੀ ਇੱਜ਼ਤ ਬਚਾਈ ਸੀ। ਪਰ ਅੱਜ ਸਾਡੀਆਂ ਬਹੂ ਬੇਟੀਆਂ ਨੂੰ ਹੱਥ ਪਾਉਣ ਨੂੰ ਤੁਰੇ ਪਿਆ। ਫਿਰ ਇੱਕ ਟਾਈਮ ਇਦਾਂ ਦਾ ਆਏਗਾ ਜਦੋਂ ਇਹਨਾਂ ਦੀ ਬਹੂ ਬੇਟੀਆਂ ਨੂੰ ਹੱਥ ਪੈਣਾ, ਨਾ ਖਾਲਸੇ ਨੇ ਬੋਲਣਾ, ਨਾ ਦਲਿਤਾਂ ਨੇ ਬੋਲਣਾ। ਹਥਿਆਰ ਚੱਕਣ ਵਾਲੀ ਪਹਿਲੀ ਕੌਮ ਦਲਿਤ ਹੈ ਔਰ ਖਾਲਸਾ ਰਾਜ ਹੈ। ਜੇ ਅਸੀਂ ਨਾ ਹਥਿਆਰ ਚੱਕੇ ਤੇ ਬਾਅਦ ਚੋਂ ਇਸ ਦੇਸ਼ ਦੇ ਵਿੱਚ ਕੋਈ ਮਾਰਸ਼ਲ ਕੌਮ ਨਹੀਂ ਪੈਦਾ ਹੋਣੀ, ਕੋਈ ਅੰਦੋਲਨ ਪੈਦਾ ਨਹੀਂ ਹੋਣਾ। ਕੀ ਲੱਗਦਾ ਤੁਹਾਨੂੰ, ਜਿੱਦਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਸਿੱਖ ਕਹਿੰਦੇ ਹੈਗਾ ਕਿ ਅਸੀਂ ਇਹਨਾਂ ਤੋਂ ਸਤਾਏ ਹੋਏ ਆ, ਇਹਨਾਂ ਨੇ ਸਾਡਾ ਜੀਣਾ ਹਰਾਮ ਕਰਤਾ ਹੈਗਾ, ਅਸੀਂ 85% ਤੋਂ ਵੱਧ ਕੁਰਬਾਨੀਆਂ ਕਰਕੇ ਮੁਲਕ ਨੂੰ ਆਜ਼ਾਦ ਕਰਾਇਆ ਸੀਗਾ, ਅੱਜ ਅਸੀਂ ਇੱਥੇ ਉਹੀ ਰਾਜ ਮਹਾਰਾਜਾ ਰਣਜੀਤ ਸਿੰਘ ਵਾਲਾ ਚਾਹੁੰਦੇ ਆ, ਜਿੱਥੇ ਇਦਾਂ ਦਾ ਕੁਝ ਵੀ ਨਾ ਹੋਊਗਾ। ਉਸ ਰਾਜ ਦੇ ਵਿੱਚ ਤੁਸੀਂ ਮੇਰੇ ਤੋਂ ਮਿਲਣਾ ਤਾਂ ਬਿਹਤਰ ਜਾਣਦੇ ਹੈਗੇ ਆ, ਉਸ ਰਾਜ ਦੇ ਵਿੱਚ ਕਿਸੇ ਦਾ ਧਾਰਮਿਕ ਸਥਾਨ ਨਹੀਂ ਢਾਇਆ ਗਿਆ, ਕਿਸੇ ਦਾ ਜਬਰੀ ਧਰਮ ਤਬਦੀਲ ਨਹੀਂ ਕੀਤਾ ਗਿਆ, ਕਿਸੇ ਨੂੰ ਫਾਂਸੀ ਦੀ ਸਜ਼ਾ ਨਹੀਂ ਹੋਈ। ਇਸ ਕਰਕੇ ਨਹੀਂ ਹੋਈ ਕਿਉਂਕਿ ਉੱਥੇ ਜਬਰ ਜਨਾਹ ਜਾਂ ਹੋਰ ਇਦਾਂ ਦੇ ਕੰਮ ਹੋਏ ਨਹੀਂ ਹੈਗੇ। ਕਿ ਕਦੀ ਕਦੀ ਚੇਤਾ ਨਹੀਂ ਕਰਦਾ ਕਿ ਦੁਬਾਰਾ ਉਹੀ ਰਾਜ ਕਾਸ਼ ਪੰਜਾਬ ਦੇ ਵਿੱਚ ਆ ਜਾਵੇ? ਦੇਖੋ, ਇਹ ਪਹਿਲੀ ਗੱਲ ਹੈ ਜੀ, ਮਨੂਵਾਦ ਵਿਵਸਥਾ ਨੇ, ਆਪਾਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕੀਤੀ ਆ ਵੀ ਖਾਲਸਾ ਰਾਜ ਦੀ, ਉਸ ਤੋਂ ਪਹਿਲਾਂ ਜਦੋਂ ਗੁਰੂ ਸਾਹਿਬ ਨੇ ਪ੍ਰਚਾਰ ਤੇ ਪ੍ਰਸਾਰ ਕੀਤਾ ਮਨੂਵਾਦ ਦੇ ਖਿਲਾਫ ਔਰ ਏਕਤਾ ਤੇ ਔਰ ਲੋਕਾਂ ਨੂੰ ਬਰਾਬਰਤਾ ਦੇ ਲੈ ਕੇ ਆਉਂਦਾ, ਸ਼ਾਇਦ ਤੁਸੀਂ ਇਸ ਗੱਲ ਤੋਂ ਜਾਣੂ ਆ, ਬਾਕੀ ਲੋਕ ਨਹੀਂ ਜਾਣੂ ਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਦੁਨੀਆ ਦਾ ਅਜਿਹਾ ਗ੍ਰੰਥ ਨਹੀਂ ਆ ਜਿਹਦੇ ਵਿੱਚ ਸਾਰੇ ਨੀਚ ਊਚ ਸਾਰਿਆਂ ਨੂੰ ਇਕੱਠੇ ਬਿਠਾ ਕੇ ਉਹਨਾਂ ਦੀ ਬਾਣੀ ਦਾ ਸਿਮਰਨ ਕਰਾਇਆ ਜਾਂਦਾ, ਬਰਾਬਰਤਾ ਦਾ ਅਹਿਸਾਸ ਕਰਾਇਆ ਜਾਂਦਾ, ਸ਼ਸਤਰ ਦਿੱਤੇ ਜਾਂਦੇ ਆ, ਇੱਕ ਬਾਟੇ ਦੇ ਵਿੱਚ ਇੱਕ ਬਾਟੇ ਦੇ ਨਾਲ ਅੰਮ੍ਰਿਤ ਛਕਾਇਆ ਜਾਂਦਾ, ਤਾਂ ਕਿ ਬਰਾਬਰਤਾ ਦੇ ਨਾਲ ਖੜੇ ਹੋਵੋ, ਹਥਿਆਰ ਲਵੋ, ਹਥਿਆਰਬੰਦ ਹੋ ਕੇ ਇਹ ਮਨੂਵਾਦੀ ਵਿਵਸਥਾ ਦੇ ਨਾਲ ਲੜੋ। ਪਰ ਉਹ ਮਨੂਵਾਦੀ ਵਿਵਸਥਾ ਕੀ ਸਾਡੀ ਸਿੱਖੀ ਦੇ ਵਿੱਚ ਵੀ ਅੱਜ ਸਿੱਖੀ ਨੂੰ ਘਾਣ ਕੇ ਹੋ ਰਿਹਾ, ਕਿਉਂਕਿ ਸਿੱਖੀ ਦੇ ਵਿੱਚ ਵੀ ਮਨੂਵਾਦ ਹਾਵੀ ਹੋ ਗਿਆ। ਇਸੇ ਕਰਕੇ ਸਿੱਖੀ ਜਿਹੜਾ ਦਲਿਤਾਂ ਦੇ ਨਾਲ ਨਹੀਂ ਚੱਲ ਰਹੀ, ਬਾਕੀ ਸਿਸਟਮ ਦੇ ਨਾਲ ਨਹੀਂ ਚੱਲ ਰਹੀ, ਨਾ ਬੋਲ ਰਹੀ ਹੈ, ਨਾ ਕੁਝ ਕਰ ਰਹੀ ਹੈ। ਇਸ ਲਈ ਜਿਹੜਾ ਖਾਲਸਾ ਰਾਜ
ਇਸ ਜਿਹੜੀ ਅਸਲੀ ਗੁਰੂ ਗ੍ਰੰਥ ਸਾਹਿਬ ਦੀ ਰਿਐਲਿਟੀ ਤੋਂ ਉਹ ਕੋਤਾ ਹੀ ਦੂਰ ਹੈ। ਕੁਝ ਕੁ ਜਿਹੜੇ ਮਿਨੋਰਟੀ, ਮੈਂ ਕਹਿੰਦਾ ਮਿਨੋਰਟੀ ਦੇ ਵਿੱਚ ਵੀ ਮਿਨੋਰਟੀ ਕਮ ਮਿਨੋਰਟੀ ਬਹੁਤ ਹੀ ਘੱਟ ਰਹਿ ਗਏ ਜਿਹੜੇ ਗੁਰੂ ਸਾਹਿਬ ਦੀ ਵਿਚਾਰਧਾਰਾ ਤੇ ਚੱਲਦੇ ਆ। ਮੈਂ ਕਹਿੰਦਾ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਜਦੋਂ ਪੰਜਾਬ ਦਾ ਦੌਰਾ ਕੀਤਾ ਸੀ ਕਿ ਪੰਜਾਬ ਦੇ ਬਾਹਮਣ ਦੀ ਬੋਧੀ ਵੱਡੀ ਹੈ। ਅਰਥ ਕੀ, ਇਹਨੇ ਕੇਸ ਵੱਡਾ ਰੱਖਿਆ ਹੋਇਆ ਸਿੱਖ ਦੇ ਰੂਪ ਦੇ ਵਿੱਚ, ਜਿਹਦਾ ਉਹਨਾਂ ਦੇ ਕਹਿਣ ਦਾ ਮਤਲਬ ਸੀ ਕਿਉਂਕਿ ਉਹ ਜਿਹੜੇ ਕੇਸਾਧਾਰੀ ਮਹੰਤ ਡੇਰਿਆਂ ਦੇ ਕਬਜ਼ੇ ਹੋ ਕੇ ਦਲਿਤਾਂ ਦੇ ਨਾਲ ਅਤਿਆਚਾਰ ਕਰਦੇ ਸੀ ਜਾਂ ਭੇਦਭਾਵ ਕਰਦੇ ਸੀ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਦੂਰ ਕਰਕੇ ਭੇਦਭਾਵ ਫੈਲਾਇਆ। ਜੇ ਅਸੀਂ ਉਸ ਵੇਲੇ ਹੀ ਮੂਵਮੈਂਟ ਜਾਗਰਿਤ ਕਰ ਲੈਂਦੇ ਤੇ ਅੱਜ ਮਜ਼੍ਹਬੀ ਸਮਾਜ, ਦਲਿਤ ਸਮਾਜ, ਸਾਰੇ ਸਮਾਜ ਵੱਖ ਨਾ ਹੁੰਦੇ ਤੇ ਗੁਰੂ ਸਾਹਿਬ ਦੀ ਮਰਿਆਦਾ ਦੇ ਨਾਲ ਹੀ ਚੱਲਦੇ। ਪਰ ਤੁਹਾਨੂੰ ਲੱਗਦਾ ਕਿ ਹੁਣ ਥੋੜਾ ਫਰਕ ਪੈ ਰਿਹਾ ਹੈਗਾ ਕਿ ਸਾਰੀ ਕਮਿਊਨਿਟੀ ਦਾ ਲੋਕ ਇਕੱਠੇ ਹੋ ਰਹੇ ਆ, ਲੱਗਦਾ ਹੈ? ਸਰ ਤੁਸੀਂ ਇਹ ਲੱਗਦਾ ਨਹੀਂ ਹੈ, ਖੜੇ ਹੋ ਰਹੇ ਆ ਜੀ, ਸਾਰੇ ਖੜੇ ਹੋ ਰਹੇ ਆ। ਤੁਸੀਂ ਦੇਖੋ ਜਦੋਂ ਸਿੱਖਾਂ ਤੇ ਭੀੜ ਪੈਂਦੀ ਹੈ ਦਲਿਤ ਬਾਹਰ ਨਿਕਲ ਰਿਹਾ, ਕਿਸਾਨ ਜਥੇਬੰਦੀਆਂ ਨਾਲ ਧੱਕਾ ਹੋ ਰਿਹਾ, ਦਲਿਤ ਬਾਹਰ ਨਿਕਲ ਰਿਹਾ, ਸਾਡੇ ਨਾਲ ਧੱਕਾ ਹੋ ਰਿਹਾ, ਕਿਸਾਨ ਬਾਹਰ ਨਿਕਲ ਰਿਹਾ, ਸਾਰੇ ਤਾਂ ਬਾਹਰ ਨਿਕਲ ਰਹੇ ਇੱਕ ਦੂਸਰੇ ਦੇ ਨਾਲ, ਭਾਵੇਂ ਘੱਟ ਤਾਦਾਦ ਦੇ ਵਿੱਚ ਆ, ਪਰ ਉਹ ਬੋਧੀ ਜਿਹੜੀ ਇਹਨਾਂ ਦੇ ਵਿੱਚ ਵਿਚਾਰਧਾਰਾ ਹੈ ਉਹੀ ਬਾਹਰ ਨਿਕਲ ਰਹੇ ਆ। ਔਰ ਮੈਂ ਕਹਿੰਦਾ ਕਿ ਜੇ ਕੋਈ ਮੂਵਮੈਂਟ ਚੱਲਦੀ ਹੈ ਇੱਕ ਬੰਦੇ ਤੋਂ ਚੱਲਦੀ ਹੈ, ਹਜ਼ਾਰਾਂ ਬੰਦਿਆਂ ਤੋਂ ਕਦੀ ਮੂਵਮੈਂਟ ਨਹੀਂ ਚੱਲਦੀ। ਜੇ ਇੱਕ ਵਿਚਾਰਧਾਰਾ ਕਰਨ ਵਾਲੇ ਲੋਕ ਬਾਹਰ ਸੜਕਾਂ ਤੇ ਉਤਰੇ ਆ ਤੇ ਮੇਰਾ ਮਤਲਬ ਇਹ ਆ ਕਿ ਹੁਣ ਪਰਿਵਰਤਨ ਥੋੜੀ ਦੂਰ ਨਹੀਂ ਹੈ। ਮਨੂਵਾਦ ਦਾ ਪਤਾ ਲੱਗ ਗਿਆ ਕਿ ਮਨੂਵਾਦ ਕੀ ਆ। ਇੱਕ ਨਾਰਾ ਬਹੁਤ ਬੁਲੰਦ ਕਰਕੇ ਲਿਆ ਕਿ ਹਮ आरएसएस से लेंगे आजादी, मनुवाद से हम लेके रहेंगे ब्राह्मणवाद से, इस बीजेपी से, इस भेदभाव से, इस ऊंच नीच से। मतलब ये आजादी दी आवाज जनरल वर्ग भी चक्कर ला पिया। ਜਿਹੜਾ ਹਿੰਦੂ ਸਮਾਜ ਹੈ, ਹਿੰਦੂ ਸਮਾਜ ਦੇ ਵਿੱਚ ਔਰਤਾਂ ਔਰ ਸਾਰੇ ਲੋਕ ਇਸ ਬਰਾਬਰਤਾ ਦੀ ਗੱਲ ਕਰਨ ਲੱਗ ਪਿਆ ਕਿਉਂਕਿ ਇੰਡੀਅਨ ਕਨਸਟੀਟਿਊਸ਼ਨ ਨੂੰ ਮੰਨਣਾ ਚਾਹੀਦਾ, ਉਹਦੀ ਬਰਾਬਰਤਾ ਦੇ ਹਿਸਾਬ ਦੇ ਨਾਲ ਹੀ ਹੈ। ਕਿਉਂਕਿ ਮਨੀਸ਼ਾ ਵਾਲਮੀਕੀ ਦੇ ਨਾਲ ਜੋ ਹੋਇਆ ਸ਼ਾਇਦ ਹੀ ਕੋਈ ਮੀਡੀਆ ਉਹਦੇ ਬਾਰੇ ਸੱਚ ਦੱਸ ਰਿਹਾ ਹੋਵੇ। ਮੈਂ ਦੱਸਦਾ ਵੀ ਕੁੜੀ ਮਾਰੀ ਹੈ, ਕੁੜੀ ਨਾਲ ਰੇਪ ਕੀਤਾ, ਜਬਰ ਜਨਾਹ ਕੀਤਾ, ਜਬਰ ਜਨਾਹ ਤੋਂ ਬਾਅਦ ਉਹਦੀ ਜੀਭ ਕੱਟੀ ਗਈ, ਗਰਦਨ ਤੋੜੀ ਗਈ, ਉਸ ਤੋਂ ਬਾਅਦ ਹਸਪੀਟਲਾਈਜ਼ ਕਰ ਦਿੱਤਾ ਗਿਆ। ਉਹਦੀ ਡਾਇੰਗ ਡਿਕਲੇਰੇਸ਼ਨ ਹੋਈ ਹੈ। ਡਾਇੰਗ ਡਿਕਲੇਰੇਸ਼ਨ ਲਾਸਟ ਡਿਕਲੇਰੇਸ਼ਨ ਹੁੰਦੀ ਆ, ਤੁਹਾਨੂੰ ਪਤਾ, ਕਿਉਂਕਿ ਅਗਰ ਲੀਗਲ ਫੈਕਟਰ ਦੇ ਨਾਲ ਵੀ ਦੇਖੀਏ, ਕਿਉਂਕਿ ਮਰੇ ਪਏ ਵਿਅਕਤੀ ਦੀ ਅਗਰ ਲਾਸਟ ਸਟੇਟਮੈਂਟ ਦੇ ਜਾਵੇ ਉਹਨੂੰ ਡਾਇੰਗ ਡਿਕਲੇਰੇਸ਼ਨ ਕਿਹਾ ਜਾਂਦਾ। ਅਗਰ ਉਹ ਸਟੇਟਮੈਂਟ ਦੇ ਚੁੱਕੀ ਆ ਤੇ ਉਹੀ ਉਹਦੇ ਉੱਪਰ ਬਾਉਂਡ ਆ, ਪਰ ਨਹੀਂ, ਉਹਨਾਂ ਨੂੰ ਤਾਂ ਚਾਹੀਦੀ ਹੋਰ ਇਨਕੁਆਰੀ ਰੀਜ਼ਨ ਕੀ ਆ? ਕਿਉਂਕਿ ਇਨਕੁਆਰੀ ਕਿਹਨੇ ਕਰਨੀ ਆ? ਰਾਜਪੂਤ ਠਾਕੁਰ ਨੇ। ਸੀਐਮ, ਡੀਐਮ ਤੇ ਪੀਐਮ, ਇੱਕ ਸਟਰਕਚਰ ਥੱਲੇ ਤੋਂ ਲੈ ਕੇ ਉੱਪਰ ਤੱਕ ਸਟਰਕਚਰ ਬਣਿਆ ਪਿਆ ਔਰ ਮਨੂਵਾਦੀ ਵਿਵਸਥਾ ਉਹਦੇ ਉੱਪਰ ਕਬਜ਼ਾ ਕਰਨਾ ਚਾਹੁੰਦੀ ਆ। ਜੇ ਇਹ ਮਨੂਵਾਦੀ ਵਿਵਸਥਾ ਨਾ ਠੱਲ ਪਈ, ਤੁਸੀਂ ਦੇਖੋ ਵੀ ਇਹਨਾਂ ਨੇ ਸੰਵਿਧਾਨ ਨੂੰ ਨੀਚਾ ਕਰਕੇ ਜਿਹੜੇ ਤੁਸੀਂ ਰਾਮ ਰਾਜ ਦੀ ਕਲਪਨਾ ਕਰਨਾ ਚਾਹੁੰਦੇ ਹੋ, ਯੋਗੀ ਜਿਹੜਾ 24 ਘੰਟੇ ਸੈਫਰੋਨ ਕੱਪੜਿਆਂ ਦੇ ਵਿੱਚ ਸੰਤ ਬਾਣੇ ਦੇ ਵਿੱਚ ਰਹਿੰਦਾ, ਤੇਰਾ ਸੰਤੀ ਬਾਣਾ ਪਾ ਕੇ ਕਿ ਔਰਤਾਂ ਦੇ ਨਾਲ ਜੇ ਜ਼ੁਲਮ ਹੋ ਰਿਹਾ ਤੇਰਾ ਕੋਈ ਉਹ ਨਹੀਂ ਬਣਦਾ, ਹੱਕ ਨਹੀਂ ਬਣਦਾ ਸੀਗਾ। ਇਹ ਜਿਹੜੇ ਡੇਰੇਵਾਦੀ ਹੈ, ਇਹ ਜਿਹੜੇ ਭਗਵਾਧਾਰੀ ਆ, ਭਗਵਾਧਾਰ ਜਿਹੜਾ ਮਨੂਵਾਦੀ ਔਰ ਸੰਪਰਦਾਈ ਜਿਹੜੀ ਸਮ੍ਰਿਤੀਆਂ ਦੇ ਹਿਸਾਬ ਨਾਲ ਚਲੇਗਾ, ਇਹਨੇ ਸੰਵਿਧਾਨ ਦੇ ਹਿਸਾਬ ਨਾਲ ਨਹੀਂ ਚੱਲਣਾ, ਇਹਨੇ ਗੁਰੂ ਮਰਿਆਦਾ ਦੇ ਹਿਸਾਬ ਨਾਲ ਨਹੀਂ ਚੱਲਣਾ। ਦੋ ਲਫ਼ਜ਼ ਜਾਂਦੇ ਦੇਸ਼ ਦੇ ਰਾਸ਼ਟਰਪਤੀ ਨੂੰ। ਰਾਸ਼ਟਰਪਤੀ ਦੀ ਜਿਹੜੀ ਪੋਸਟ ਆ ਉਹ ਤਾਂ ਖਾਲੀ ਹੈ, ਤੁਹਾਨੂੰ ਪਤਾ ਹੈ, ਕਿਉਂਕਿ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਨਾ ਤਾਂ ਰਾਸ਼ਟਰਪਤੀ ਸਾਡੇ ਵਿੱਚ ਹੈ, ਨਾ ਪ੍ਰਧਾਨ ਮੰਤਰੀ ਹੈ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਵੀ 1 ਮਿੰਟ ਲਈ ਅਸੀਂ ਮੌਨ ਕਰ ਲੈਂਦੇ ਹਾਂ, ਕਿਉਂਕਿ ਸਾਡੇ ਰਾਸ਼ਟਰਪਤੀ ਨਾ ਤਾਂ ਬੋਲੇ ਆ। ਤੇ 1 ਮਿੰਟ ਦਾ ਸ਼ਾਂਤੀ ਪਾਠ ਜਿਹੜਾ ਹੱਥ ਜੋੜ ਕੇ ਰਾਸ਼ਟਰਪਤੀ ਜੀ ਲਈ, ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਕਿ ਇਹ ਅਗਰ ਉਸ ਰਾਸ਼ਟਰਪਤੀ ਤੋਂ ਬਾਅਦ ਜਿਹੜੇ ਰਾਮਨਾਥ ਕੋਵਿੰਦ ਜੀ ਹੁਣ ਆਪਣਾ ਸਰੀਰਕ ਵਿਛੋੜਾ ਸਾਡੇ ਪੂਰੇ ਸਮਾਜ ਨੂੰ ਦੇ ਚੁੱਕੇ ਆ, ਪਰਮਾਤਮਾ ਉਹਨਾਂ ਨੂੰ ਕਿਤੇ ਮਨੂਵਾਦੀਆਂ 'ਚ ਨਾ ਦੁਬਾਰਾ ਪੈਦਾ ਕਰੇ, ਸੰਘਰਸ਼ਵਾਦੀਆਂ 'ਚ ਪੈਦਾ ਕਰੇ, ਜਿਹਨੂੰ ਪਤਾ ਲੱਗੇ ਵੀ ਧੀ ਮਰੇ ਤੇ ਕੀ ਬੋਲਣਾ ਹੈ ਕੀ ਨਹੀਂ ਬੋਲਣਾ। ਇੰਨੀ ਸ਼ਰਮਨਾਕ ਮੌਤ, ਇੱਥੇ ਵਿਰਾਟ ਕੋਹਲੀ ਦਾ ਕੁੱਤਾ ਤੱਕ ਮਰ ਜਾਂਦਾ ਹੈ ਤੇ ਪ੍ਰਾਈਮ ਮਿਨਿਸਟਰ ਉਹਦੀ ਟਵੀਟ ਦਿੰਦਾ ਹੈ, ਤੇ ਇਹ ਤੋਂ ਇਹੀ ਪਤਾ ਲੱਗਦਾ ਇਹ ਗੰਦੀ ਮਾਨਸਿਕਤਾ ਵਾਲਾ ਪ੍ਰਾਈਮ ਮਿਨਿਸਟਰ ਤੇ ਰਾਸ਼ਟਰਪਤੀ ਦਾ ਤਾਂ ਮੈਂ ਕੀ ਕਹਾਂ, ਤੁਹਾਨੂੰ ਮੈਂ ਕਹਿ ਹੀ ਦਿੱਤਾ ਸੀ, ਉਹਦਾ ਮੌਨ ਧਾਰ ਚੁੱਕਿਆ ਜੀ।